ਵਾਹਿਗੁਰੂ 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 ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੁਆਰਾ ਆਪਾਂ ਨੂੰ ਗਿਆਨ ਬਖਸ਼ਿਸ਼ ਕੀਤਾ ਹੈ, ਜੋ ਆਪਾਂ ਨੂੰ ਸੋਝੀ ਬਖਸ਼ਿਸ਼ ਕੀਤੀ ਹੈ, ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਵੱਲੋਂ ਜੈਤਸਰੀ ਰਾਗ ਦੇ ਅੰਦਰ ਉਚਾਰਨ ਕੀਤੇ ਹੋਏ ਇਹ ਬਚਨ ਨੇ। ਪਾਤਸ਼ਾਹ ਫਰਮਾਨ ਕਰਦੇ ਹਨ, ਜੈਤਸਰੀ ਮਹੱਲਾ ਚੌਥਾ। ਜਿਨ ਹਰ ਹਿਰਦੈ ਨਾਮ ਨ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਦੇਖੋ, ਇਸ ਸੰਸਾਰ ਦੇ ਵਿੱਚ ਆਪਾਂ ਆਏ ਹਾਂ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕਰਨ ਵਾਸਤੇ, ਇਸ ਜੀਵਨ ਦਾ ਲਾਹਾ ਲੈਣ ਵਾਸਤੇ। ਲਾਹਾ ਇੱਕ ਹੀ ਆ ਕਿ ਸੰਸਾਰ ਦੇ ਵਿੱਚ ਆ ਕੇ ਜੋ ਸਵਾਸ, ਜੋ ਧਨ ਸਾਨੂੰ ਉਸ ਮਾਲਕ ਨਿਰੰਕਾਰ ਵੱਲੋਂ ਬਖਸ਼ਿਸ਼ ਹੋਇਆ, ਉਸ ਦੇ ਰਾਹੀਂ ਆਪਾਂ ਨਾਮ ਰਤਨ ਦੀ, ਨਾਮ ਧਨ ਦੀ ਪ੍ਰਾਪਤੀ ਕਰ ਲਈਏ। ਕਿਉਂਕਿ ਪਾਤਸ਼ਾਹ ਕਹਿੰਦੇ ਆ, ਹੋਰ ਸੰਸਾਰ ਦੇ ਵਿੱਚ ਕੋਈ ਲਾਹਾ ਨਹੀਂ ਹੈ, ਕੇਵਲ ਤੇ ਕੇਵਲ ਨਾਮ ਦਾ ਹੀ ਲਾਹਾ ਹੈ। ਨਹੀਂ ਤਾਂ ਬਾਕੀ ਕਰਮ ਕਰਦਿਆਂ ਹੋਇਆਂ, ਬਿਨਾਂ ਸਿਮਰਨ ਤੋਂ ਸਵਾਸ ਖਰਚ ਕਰਦਿਆਂ ਹੋਇਆਂ ਅਸੀਂ ਆਪਣੇ ਜੀਵਨ ਦੀ ਬਾਜੀ ਹਾਰ ਜਾਂਦੇ ਹਾਂ। ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਲਾਹਾ ਜਗ ਮਹਿ ਏਕ ਨਾਮ। ਇਹ ਸੰਸਾਰ ਦੇ ਅੰਦਰ ਇੱਕ ਨਾਮ ਹੀ ਜੇ ਤੁਹਾਨੂੰ ਪ੍ਰਾਪਤ ਹੋ ਜਾਂਦਾ ਹੈ ਤੇ ਸਮਝ ਲਓ ਤੁਸੀਂ ਸੰਸਾਰ ਦੇ ਵਿੱਚ ਆ ਕੇ ਲਾਹਾ ਪ੍ਰਾਪਤ ਕਰ ਲਿਆ ਹੈ। ਪਾਤਸ਼ਾਹ ਕਹਿੰਦੇ ਆ, ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਨਹੀਂ ਵਸਦਾ, ਜਿਹੜੇ ਸੰਸਾਰ ਦੇ ਆ ਕੇ ਸ਼ਬਦ ਦੀ ਕਮਾਈ ਕਰਕੇ ਨਾਮ ਰਤਨ ਦੀ ਪ੍ਰਾਪਤੀ ਨਹੀਂ ਕਰਦੇ, ਪਾਤਸ਼ਾਹ ਇੱਥੋਂ ਤੱਕ ਕਹਿੰਦੇ ਨੇ, ਕਿਉਂਕਿ ਇੱਕ ਗੁਰਮੁਖ ਹਨ ਜਿਹੜੇ ਸਿਮਰਨ ਅਭਿਆਸ ਕਰਦੇ ਨੇ, ਗੁਰੂ ਦੀ ਮੱਤ ਲੈ ਕੇ ਸ਼ਬਦ ਦੀ ਕਮਾਈ ਕਰਦੇ ਨੇ, ਆਪਣਾ ਸੰਸਾਰ ਦੇ ਵਿੱਚ ਆਉਣ ਦਾ ਮਨੋਰਥ ਪੂਰਨ ਕਰ ਲੈਂਦੇ ਨੇ, ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕਰ ਲੈਂਦੇ ਨੇ। ਉਹਨਾਂ ਦੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਉਹਨਾਂ ਦੇ ਕੁੱਲ ਨੂੰ, ਮਾਤਾ ਪਿਤਾ ਨੂੰ ਵਡਿਆਈਆਂ ਨੇ। ਮਹਾਰਾਜ ਕਹਿੰਦੇ, ਧੰਨ ਸੋ ਵੰਸ ਧੰਨ ਸੋ ਪਿਤਾ, ਧੰਨ ਸੋ ਮਾਤਾ ਜਿਨ ਜਨ ਜਨੇ। ਦੂਜੇ ਪਾਸੇ ਪਾਤਸ਼ਾਹ ਕਹਿੰਦੇ ਨੇ, ਜਿਹੜੇ ਇਸ ਸੰਸਾਰ ਦੇ ਵਿੱਚ ਆ ਕੇ ਲਾਹਾ ਨਹੀਂ ਲੈਂਦੇ,
जिस मकसद वास्ते आए शब्द की कमाई नहीं करते। ते पातशाह समझाउंदे आ मालक निरंकार उन्हां दी माता नूं बाझ ही कर दिया करे, क्योंकि उस दे राही संसार दे विच आके इन्हां अपने जीवन दा लाहा नहीं लैना। संसार दे विच आए जां ना आए, ये लाहे तो बिना पातशाह कहंदे आ एक बराबर ने। तां ही पातशाह दे बचन ने जिन हर हिरदै नाम न बसियो तिन मात कीजै हर बांझा। बांझ जो संतान ਧੀਆਂ ਪੁੱਤਰਾਂ ਨੂੰ ਪੈਦਾ ਨਾ ਕਰ ਸਕੇ ਉਸ ਨੂੰ ਕਹਿੰਦੇ ਨੇ। ਮਹਾਰਾਜ ਕਹਿੰਦੇ ਆ ਨਾਮ ਤੋਂ ਹੀਣੇ ਮਨੁੱਖਾਂ ਦਾ ਸੰਸਾਰ ਦੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ। ਤਾਂ ਹੀ ਪਾਤਸ਼ਾਹ ਕਹਿੰਦੇ ਜਿਹੜੇ ਸੰਸਾਰ ਦੇ ਵਿੱਚ ਆ ਕੇ ਇਹਨਾਂ ਧਾਤ ਦੇ ਮਾਰਗ ਤੇ ਚੱਲਣਾ ਹੈ, ਇਸ ਤੋਂ ਚੰਗਾ ਤੇ ਉਹ ਮਾਂ ਬਾਝ ਹੀ ਹੋਵੇ कि वो ऐसी संतान नूं पैदा ही ना करे जन्म ही ना दे। क्यों बादशाह कहते तिन सुंझी देह फिरै बिन नाम है ओए खप खप मोए करांझा। ये संसार दे विच जिस तरह जीव एक आउंदा है संसार दे अंदर बिना लाहा खट्टिया वापस चला जांदा। व्यापारी आउंदा है इस व्यापार करने वास्ते, लेकिन उथों कुछ प्राप्त नहीं करता, सगों जिहड़ा धन हुंदा उसनूं गवा के चला जाता है। तां ही महाराज समझाउंदे ऐसे जीव जिहड़े ने जिहड़े उस नाम तो हीणे ने सखणे ने, उन्हां दे ये ज्ञान ना लैण करके सोझी ना लैण करके अंदर नाम नहीं प्रगट हुंदा, नाम नहीं वसदा। पातशाह कहंदे ने ਉਹ ਜਿਹੜੇ ਜੀਵ ਨੇ ਸੰਸਾਰ ਦੇ ਵਿੱਚ ਆ ਕੇ ਸੁੰਝੇ ਹੀ ਤੁਰੇ ਫਿਰਦੇ ਨੇ, ਖਾਲੀ ਤੁਰੇ ਫਿਰਦੇ ਨੇ, ਤੇ ਉਹ ਸੰਸਾਰ ਦੇ ਕਰਮਾਂ ਦੇ ਵਿੱਚ ਬੱਝੇ ਹੋਏ, ਵੈਰ ਵਿਰੋਧ ਵਿੱਚ ਬੱਝੇ ਹੋਏ ਆਪਸ ਵਿੱਚ ਹੀ ਖਪ ਖਪ ਕੇ ਮਰ ਜਾਂਦੇ ਨੇ, ਸੰਸਾਰ ਦੇ ਵਿੱਚੋਂ ਚਲੇ ਜਾਂਦੇ ਨੇ। ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਮੇਰੇ ਮਨ जप राम नाम हर माझा। इस संसार दे विच आए हो ते सानू ज्ञान साडे मन नूं सोझी बख्शिश कीती जा रही है। पातशाह कहंदे आ हे मेरे मन उस मालिक निरंकार दा सिमरन कर। उस मालिक निरंकार दा नाम जपिया कर ਜਿਹੜਾ ਮਾਲਕ ਨਿਰੰਕਾਰ ਤੇਰੇ ਅੰਦਰ ਹੀ ਵਸਦਾ ਹੈ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ। ਮਾਲਕ ਨਿਰੰਕਾਰ ਦੀ ਪਾਤਸ਼ਾਹ ਕਹਿੰਦੇ ਕਿਰਪਾ ਜਦੋਂ ਹੁੰਦੀ ਆ ਉਹ ਦਇਆ ਕਰਦਾ, ਫੇਰ ਸਾਨੂੰ ਸਾਡਾ ਜਿਹੜਾ ਇਹ ਮਨ ਆ ਗੁਰੂ ਦੀ ਮੱਤ ਲੈਂਦਾ। फिर साडा ये मन जिहड़ा आ असीं संगत करदे आ, साधु जनां दा संग करदे होया गुरु दी शरण विच जाने आ, अपना मन तन धन सौंपदे आ ते गुरु दी मत नूं अख्तियार करदे आ। क्योंकि पातशाह सानूं समझाउंदे ने ये जिहड़ा साडा ये मन है ये मूर्ख है, ये असमझ आ, इहनूं अपने आप दी सोझी अपने आप दा ज्ञान ਉਹ ਸਮੇਂ ਆਉਂਦਾ ਜਦੋਂ ਮਾਲਕ ਨਿਰੰਕਾਰ ਕਿਰਪਾ ਕਰਕੇ ਐਸੀ ਸੰਗਤ ਬਖਸ਼ਿਸ਼ ਕਰ ਦਿੰਦਾ ਹੈ, ਐਸੇ ਗੁਰੂ ਦੀ ਸ਼ਰਨ ਵਿੱਚ ਸਾਨੂੰ ਭੇਜ ਦਿੰਦਾ ਹੈ, ਕਿਉਂਕਿ ਉਹਦੀ ਕਿਰਪਾ ਦੇ ਨਾਲ ਹੀ ਹੈ। ਜੇ ਮਾਨਸ ਜਨਮ ਸਾਨੂੰ ਪ੍ਰਾਪਤ ਹੋਇਆ ਤਾਂ ਵੀ ਪਾਤਸ਼ਾਹ ਕਹਿੰਦੇ ਉਸ ਮਾਲਕ ਨਿਰੰਕਾਰ ਦੀ ਕਿਰਪਾ ਦੇ ਨਾਲ। ਜੋ ਸਤਿਗੁਰ ਦੇ ਬਚਨ ਆਪਾਂ ਪੜ੍ਹਦੇ ਹਾਂ, ਤੁਮਰੀ ਕਿਰਪਾ ਤੇ ਮਨੁੱਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਜਿਨ੍ਹਾਂ ਨੂੰ ਇਹ ਗਿਆਨ ਆ ਗਿਆ, ਜਿਨ੍ਹਾਂ ਨੂੰ ਸੋਝੀ ਆ ਗਈ ਵੀ ਸਾਡਾ ਸਾਡੇ ਵਿੱਚ ਕੁਝ ਨਹੀਂ, ਇਹ ਤਾਂ ਮਾਲਕ ਨਿਰੰਕਾਰ ਨੇ ਕਿਰਪਾ ਕੀਤੀ, ਸਾਨੂੰ ਮਾਨਸ ਜਨਮ ਬਖਸ਼ਿਸ਼ ਕੀਤਾ।
ਫਿਰ ਉਸ ਤੋਂ ਵੀ ਵੱਡੀ ਕਿਰਪਾ ਜਦੋਂ ਉਹ ਸਾਡੇ ਤੇ ਕਰਦੇ ਨੇ, ਐਸੇ ਸਾਧੂ ਜਨ ਸੰਤ ਜਨਾਂ ਦਾ ਸੰਗ ਸਾਨੂੰ ਬਖਸ਼ਿਸ਼ ਕਰਦੇ ਨੇ, ਜਿਸ ਦੀ ਪ੍ਰਥਾਏ ਪਾਤਸ਼ਾਹ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ। ਕਹਿੰਦੇ ਸਾਧੂ ਸੰਗਤ ਤਉ ਬਸੈ ਜੋ ਆਪਨ ਹੋਏ ਦਿਆਲ। ਜਦੋਂ ਮਾਲਕ ਨਿਰੰਕਾਰ ਦਿਆਲ ਹੋ ਜਾਂਦਾ, ਖੁਸ਼ ਹੋ ਜਾਂਦਾ, ਉਦੋਂ ਸਾਡਾ ਜਿਹੜਾ ਇਹ ਮਨ ਸਾਧ ਸੰਗਤ ਵਿੱਚ ਆ ਕੇ ਬੈਠਦਾ ਹੈ, ਬਸਣਾ ਸ਼ੁਰੂ ਕਰਦਾ ਤੇ ਸੋਝੀ ਆਉਂਦੀ, ਗਿਆਨ ਆਉਂਦਾ। ਇਸੇ ਤਰ੍ਹਾਂ ਹੀ ਚੌਥੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਕਿ ਉਸ ਮਾਲਕ ਨਿਰੰਕਾਰ ਨੇ ਕਿਰਪਾ ਕੀਤੀ ਹੈ। ਗੁਰੂ ਦੀ ਸ਼ਰਨ ਵਿੱਚ ਜਾ ਕੇ ਜੋ ਗੁਰੂ ਨੇ ਸਾਨੂੰ ਗਿਆਨ ਦਿੱਤਾ, ਕਿ ਸਾਡਾ ਇਹ ਮਨ ਸਮਝ ਗਿਆ ਉਸ ਗਿਆਨ ਨੂੰ, ਉਹ ਗਿਆਨ ਆਪਣੇ ਘਰ ਦਾ ਇਸਨੇ ਲੈ ਲਿਆ, ਮਾਲਕ ਨਿਰੰਕਾਰ ਦਾ ਭੇਤ ਇਸਨੇ ਪਾ ਲਿਆ ਵੀ ਮਾਲਕ ਨਿਰੰਕਾਰ ਸਾਡੇ ਅੰਦਰ ਹੀ ਵਸਣ ਵਾਲਾ ਹੈ। ਹਰ ਕੀਰਤ ਕਲਯੁਗ ਪਦ ਉਤਮ, ਹਰ ਪਾਈਏ ਸਤਿਗੁਰ ਮਾਝਾ। ਇਹ ਜਿਹੜਾ ਸਿਮਰਨ ਕਰਨਾ, ਅਭਿਆਸ ਕਰਨਾ, ਪਾਤਸ਼ਾਹ ਕਹਿੰਦੇ ਇਹ ਕਰਨ ਦੇ ਨਾਲ ਹੀ ਇਹ ਜਿਹੜੀ ਹਰੀ ਦੀ ਕੀਰਤੀ ਕਰਦੇ ਹਾਂ, ਅਸੀਂ ਸਿਮਰਨ ਕਰਦੇ ਹਾਂ, ਅਭਿਆਸ ਕਰਦੇ ਹਾਂ ਇਸ ਕਲਯੁਗ ਦੇ ਅੰਦਰ। ਮਹਾਰਾਜ ਕਹਿੰਦੇ ਆ ਇਸ ਦੁਆਰਾ ਹੀ ਸਾਨੂੰ ਜਿਹੜਾ ਸਾਡਾ ਇਹ ਮਨ ਆ ਤ੍ਰੈ ਗੁਣਾਂ ਤੋਂ ਅਤੀਤ ਹੋ ਕੇ, ਵਿਚਾਰਾਂ ਫੁਰਨਿਆਂ ਤੋਂ ਰਹਿਤ ਹੋ ਕੇ, ਉਹ ਚੌਥੇ ਪਦ ਦਾ ਭੇਤ ਲੈਂਦਾ ਹੈ, ਉਸ ਦਾ ਗਿਆਨ ਲੈਂਦਾ ਹੈ, ਜਿਸ ਨੂੰ ਉੱਤਮ ਪਦ ਵੀ ਕਹਿ ਦਿੱਤਾ ਹੈ। ਮਹਾਰਾਜ ਕਹਿੰਦੇ ਸਾਡਾ ਮੂਲ ਨਿਰੰਕਾਰ ਜਿਹੜਾ ਉੱਤਮ ਹੈ, ਉਸ ਦਾ ਨਾਮ ਉੱਤਮ ਹੈ, ਉਹ ਅਸਥਾਨ ਉੱਤਮ ਹੈ ਜਿੱਥੇ ਉਹ ਆਪ ਵਸਦਾ ਹੈ। ਮਹਾਰਾਜ ਕਹਿੰਦੇ ਆ ਉਸ ਅਸਥਾਨ ਦੀ ਪ੍ਰਾਪਤੀ ਵਾਸਤੇ ਜਦੋਂ ਫਿਰ ਆਪਾਂ ਜਿਸ ਤਰ੍ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਸਤਿਗੁਰ ਦਾ ਖਿਤਾਬ ਹੈ, ਮਹਾਰਾਜ ਕਹਿੰਦੇ ਆ ਹੁਣ ਸਤਿਗੁਰ ਦੀ ਬਾਣੀ ਦੇ ਅੰਦਰ ਸਾਨੂੰ ਉਹ ਕੀਰਤੀ ਕਰਨੀ ਹੀ ਸਿਖਾਈ ਜਾ ਰਹੀ ਹੈ, ਸਾਨੂੰ ਉਹ ਜੁਗਤੀਆਂ ਹੀ ਸਿਖਾਈਆਂ ਜਾ ਰਹੀਆਂ ਨੇ, ਜੋ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿਵੇਂ ਅਸੀਂ ਸਿਮਰਨ ਕਰਕੇ ਕੂੜ ਦੀ ਪਾਲ ਨੂੰ ਤੋੜਨਾ ਹੈ, ਸਵਾਸ ਗ੍ਰਹਿ ਸਿਮਰਨ ਕਿਵੇਂ ਕਰਨਾ ਹੈ, ਸਾਹ ਸਾਹ ਸਿਮਰਨ ਕਿਵੇਂ ਕਰਨਾ ਹੈ, ਰੋਮ ਰੋਮ ਸਿਮਰਨ ਕਿਵੇਂ ਕਰਨਾ ਹੈ, ਗੁਰੂ ਦੇ ਸ਼ਬਦ ਨੂੰ ਕਿਵੇਂ ਅੰਦਰ ਵਸਾਉਣਾ। ਮਹਾਰਾਜ ਕਹਿੰਦੇ ਇਹ ਹਰੀ ਦੀ ਕੀਰਤੀ ਦੁਆਰਾ ਹੀ ਉੱਤਮ ਪਦਵੀ ਪ੍ਰਾਪਤ ਹੁੰਦੀ ਹੈ। ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਸਮਝਾ ਰਹੇ ਨੇ, ਹਰ ਕੀਰਤ ਕਲਯੁਗ ਪਦ ਉੱਤਮ, ਹਰ ਪਾਈਏ ਸਤਿਗੁਰ ਮਾਝਾ। ਕਿ ਉਹ ਮਾਲਕ ਨਿਰੰਕਾਰ ਜਿਹੜਾ, ਉਸ ਦੀ ਪ੍ਰਾਪਤੀ ਸਾਨੂੰ ਹੋ ਜਾਂਦੀ ਜਦੋਂ ਪੂਰਨ ਸਹੀ ਸਤਿਗੁਰ ਦੇ ਬਚਨਾਂ ਨੂੰ ਕਮਾ ਲੈਂਦੇ ਆ। ਜਦੋਂ ਆਪਾਂ ਸਤਿਗੁਰ ਦੇ ਬਚਨਾਂ ਨੂੰ ਕਮਾ ਕੇ, ਸੁਣ ਕੇ, ਪੜ੍ਹ ਕੇ ਜਦੋਂ ਕਮਾਉਣਾ ਸ਼ੁਰੂ ਕਰ ਦਿੰਦੇ ਆ, ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਆ, ਪਾਤਸ਼ਾਹ ਕਹਿੰਦੇ ਸਾਰਾ ਗਿਆਨ ਸਤਿਗੁਰ ਦਾ ਮਾਲਕ ਨਿਰੰਕਾਰ ਨਾਲ ਮਿਲਾਪ ਦਾ, ਤੇ ਸਾਡਾ ਵੀ ਉਸ ਨਾਲ ਮਿਲਾਪ ਹੋ ਜਾਂਦਾ। ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪ੍ਰਗਾਜਾ। ਕਹਿੰਦੇ ਅਸੀਂ ਬਲਿਹਾਰੀ ਜਾਂਦੇ ਹਾਂ ਸਤਿਗੁਰਾਂ ਦੇ, ਜਿਨ੍ਹਾਂ ਨੇ ਸਾਨੂੰ ਉਹ ਗੁਪਤ, ਜੋ ਸਾਡੇ ਸਾਰਿਆਂ ਦੇ ਅੰਦਰ ਨਾਮ ਗੁਪਤ ਹੈ, ਜਿਹਨੂੰ ਪਾਤਸ਼ਾਹ ਕਹਿੰਦੇ ਗੁਪਤਾ ਨਾਮ ਵਰਤੈ ਵਿੱਚ ਕਲਯੁਗ, ਘਟ ਘਟ ਹਰ ਭਰਪੂਰ ਰਿਹਾ। ਪਾਤਸ਼ਾਹ ਕਹਿੰਦੇ ਹਰੇਕ ਸਰੀਰ ਦੇ ਅੰਦਰ, ਹਰੇਕ ਕਾਇਆ ਦੇ ਅੰਦਰ ਉਹ ਨਾਮ ਜੋ ਗੁਪਤ ਵਰਤ ਰਿਹਾ ਹੈ, ਉਹ ਸਾਨੂੰ ਉਦੋਂ ਸੁਣਾਈ ਦਿੰਦਾ ਹੈ ਜਦੋਂ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਜੋ ਗੁਰੂ ਦਾ ਆਪਾਂ ਨੂੰ ਗਿਆਨ ਦਿੱਤਾ, ਸੋਝੀ ਬਖਸ਼ਿਸ਼ ਕੀਤੀ ਹੈ, ਗੁਰੂ ਦੀ ਸ਼ਰਨ ਵਿੱਚ ਜਾਂਦੇ ਆ। ਗੁਰੂ ਸਾਡਾ ਭਰਮ ਦਾ ਪਰਦਾ ਪਾਸੇ ਕਰਕੇ ਸਾਨੂੰ ਸੱਚ ਨਿਰੰਕਾਰ ਦੇ ਸਨਮੁਖ ਕਰਾ ਦਿੰਦੇ ਨੇ। ਉਸ ਮਾਲਕ ਨਿਰੰਕਾਰ ਨੂੰ ਦੇਖਦੇ ਆ, ਸਾਡੀ ਸੁਰਤੀ ਕੰਨਾਂ ਵਿੱਚ ਆ ਜਾਂਦੀ, ਉਸ ਦੀ ਸੇਵਾ ਕਰਦਿਆਂ ਹੋਇਆਂ ਉਸ ਦੀ ਆਵਾਜ਼ ਸਾਨੂੰ ਸੁਣਨੀ ਸ਼ੁਰੂ ਹੋ ਜਾਂਦੀ ਹੈ। ਜਿਸ ਨੂੰ ਗੁਰਬਾਣੀ ਵਿੱਚ ਸਹਿਜ ਧੁਨ ਕਿਹਾ, ਜਿਸ ਨੂੰ ਨਾਮ ਕਿਹਾ, ਜਿਸ ਨੂੰ ਤੂਰ ਕਿਹਾ, ਜਿਸ ਨੂੰ ਸ਼ਬਦ ਕਿਹਾ, ਪਾਤਸ਼ਾਹ ਕਹਿੰਦੇ ਆ ਅਸੀਂ ਉਹਨਾਂ ਦੇ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਦੀ ਕਿਰਪਾ ਦੇ ਨਾਲ ਸਾਡੇ ਅੰਦਰ ਜੋ ਗੁਪਤ ਨਾਮ ਹੈ ਉਹ ਪ੍ਰਗਟ ਹੋ ਜਾਂਦਾ ਹੈ। ਪਾਤਸ਼ਾਹ ਕਹਿੰਦੇ ਦਰਸ਼ਨ ਸਾਧ ਮਿਲਿਓ ਬੜ ਭਾਗੀ, ਸਭ ਕਿਲ ਵਿਖ ਗਏ ਗਵਾਜਾ। ਜਦੋਂ
ਮਾਲਕ ਨਿਰੰਕਾਰ ਨੇ ਕਿਰਪਾ ਕੀਤੀ, ਸਾਨੂੰ ਵਡਭਾਗੀ ਬਣਾਇਆ। ਸਾਨੂੰ ਐਸੇ ਸਾਧੂ ਜਨਾਂ ਦੇ ਦਰਸ਼ਨ ਹੋਏ, ਸਾਧੂ ਜਨਾਂ ਦਾ ਸੰਗ ਪ੍ਰਾਪਤ ਹੋਇਆ, ਤੇ ਮਹਾਰਾਜ ਕਹਿੰਦੇ ਸਾਡੇ ਸਾਰੇ ਹੀ ਜਿਹੜੇ ਪਾਪ ਨੇ ਉਹ ਦੂਰ ਹੋ ਗਏ, ਕਿਉਂਕਿ ਇਹ ਵਡਿਆਈ ਹੈ। ਮਾਲਕ ਨਿਰੰਕਾਰ ਨੇ ਬਖਸ਼ਿਸ਼ ਕੀਤੀ ਆਪਣੇ ਭਗਤਾਂ ਨੂੰ, ਆਪਣੇ ਗੁਰਮੁਖਾਂ ਨੂੰ, ਸਾਧੂ ਸੰਤਾਂ ਨੂੰ, ਜਿਨ੍ਹਾਂ ਨੇ ਉਹ ਸੱਚ ਨਿਰੰਕਾਰ ਨਾਲ ਮਿਲਾਪ ਕੀਤਾ, ਜਿਹੜੇ ਸਦਾ ਉਸ ਦੀ ਸ਼ਰਨ ਵਿੱਚ ਰਹਿੰਦੇ ਨੇ, ਜਿਨ੍ਹਾਂ ਦੀ ਪਰਥਾਏ ਪਾਤਸ਼ਾਹ ਸਮਝਾਉਂਦੇ, ਜੋ ਮਿਲਿਆ ਹਰ ਦੀ ਬਾਣ ਸਿਉ ਸਭਨੀ ਦੀਵਾਨੀ ਮਿਲਿਆ। ਜਿੱਥੇ ਜਾਏ ਤਿੱਥੇ ਉਹ ਸੁਰਖਰੂ, ਉਸ ਕੇ ਮੂੰਹ ਡਿੱਠੇ ਸਭ ਪਾਪੀ ਤਰਿਆ। ਉਸ ਅੰਤਰ ਨਾਮ ਨਿਧਾਨ ਹੈ, ਨਾਮੋਂ ਪਰਵਰਿਆ। ਜਿਨ੍ਹਾਂ ਨੂੰ ਮਾਲਕ ਨਿਰੰਕਾਰ ਨੇ ਖਜ਼ਾਨਾ ਬਖਸ਼ਿਸ਼ ਕੀਤਾ ਨਾਮ ਦਾ, ਜਿਨ੍ਹਾਂ ਨੇ ਉਹ ਨਿਧਾਨ ਨੂੰ ਆਪਣੇ ਅੰਦਰ ਵਸਾ ਲਿਆ, ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕੀਤਾ, ਉਹਨਾਂ ਦੀ ਪਰਥਾਏ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਉਹ ਮਾਲਕ ਨਿਰੰਕਾਰ ਵੱਲੋਂ ਨਵਾਜੇ ਹੋਏ ਨੇ। ਜਦੋਂ ਫਿਰ ਉਹਨਾਂ ਦਾ ਆਪਾਂ ਸੰਗ ਕਰਦੇ ਹਾਂ, ਉਹਨਾਂ ਦੀ ਸ਼ਰਨ ਵਿੱਚ ਆਉਂਦੇ ਹਾਂ, ਉਹਨਾਂ ਦੇ ਮਸਤਕ ਲੱਗਦੇ ਹਾਂ, ਤੇ ਸਾਡੇ ਕੀਤੇ ਹੋਏ ਜਿਹੜੇ ਪਾਪ ਸਾਰੇ ਇਹ ਖਤਮ ਹੋ ਜਾਂਦੇ ਨੇ। ਪਾਤਸ਼ਾਹ ਕਹਿੰਦੇ ਸਤਿਗੁਰ ਸਾਹੋ ਪਾਇਆ ਵਡਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਜੋ ਮਾਲਕ ਨਿਰੰਕਾਰ ਸਾਡਾ ਸਾਰਿਆਂ ਦਾ ਸ਼ਾਹ ਆ, ਜਿਹਨੂੰ ਪਾਤਸ਼ਾਹ ਸਮਝਾਉਂਦੇ ਉਹ ਸਿਆਣਾ ਆ, ਕਿਉਂਕਿ ਅਸੀਂ ਕਮਲੇ ਹੋਏ ਬੈਠੇ ਹਾਂ ਇਸ ਮਾਇਆ ਦੇ ਦੇਸ਼ ਵਿੱਚ ਆ ਕੇ। ਤਾਂ ਹੀ ਆਪਾਂ ਨੂੰ ਗੁਰਬਾਣੀ ਦੇ ਵਿੱਚ ਸਮਝਾਉਂਦੇ ਨੇ। ਜਦੋਂ ਫਿਰ ਸਾਧੂ ਜਨਾਂ ਦਾ ਸੰਗ ਕਰਕੇ ਆਪਾਂ ਉਹ ਜੋ ਸ਼ਾਹਾਂ ਦਾ ਸ਼ਾਹ ਹੈ, ਪਾਤਸ਼ਾਹ ਦਾ ਪਾਤਸ਼ਾਹ ਹੈ, ਉਸ ਨਾਲ ਸਾਡਾ ਮਿਲਾਪ ਹੋ ਜਾਂਦਾ। ਫਿਰ ਉਹ ਮਾਲਕ ਨਿਰੰਕਾਰ ਦੇ ਜਿਹੜੇ ਗੁਣ ਨੇ ਉਹ ਸਾਨੂੰ ਵੀ ਪ੍ਰਾਪਤ ਹੋ ਜਾਂਦੇ ਨੇ, ਉਹ ਗੁਣ ਸਾਡੇ ਵਿੱਚ ਵੀ ਆ ਜਾਂਦੇ ਨੇ, ਕਿਉਂਕਿ ਸਾਡਾ ਸਤਿਗੁਰ ਨਿਰੰਕਾਰ ਬ੍ਰਹਮ ਜਦੋਂ ਆਪਾਂ ਉਹਦੀ ਸੇਵਾ ਕਰਦੇ ਹਾਂ, ਉਹ ਸਾਨੂੰ ਆਪਣਾ ਰੂਪ ਹੀ ਬਖਸ਼ਿਸ਼ ਕਰ ਦਿੰਦਾ ਹੈ। ਜੋ ਸਤਿਗੁਰ ਦੇ ਬਚਨ ਆਪਾਂ ਪੜ੍ਹਦੇ ਹਾਂ, ਸੱਚ ਸੱਚਾ ਜਿਨੀ ਅਰਾਧਿਆ, ਸੇ ਜਾਏ ਰਲੇ ਸਚ ਨਾਲੇ। ਜਿਹੜੇ ਸੱਚ ਵਿੱਚ ਰਲ ਗਏ ਉਹਨਾਂ ਦੀ ਪਰਥਾਏ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਵੀ ਬਖਸ਼ਿਸ਼ ਕਰਦੇ ਨੇ। ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਿਛ ਨਾਹੀਂ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਫਿਰ ਉਹ ਮਾਲਕ ਨਿਰੰਕਾਰ ਸਾਨੂੰ ਆਪਣੇ ਗੁਣਾਂ ਦਾ ਸਾਂਝੀ ਬਣਾ ਲੈਂਦਾ ਹੈ। ਮਾਰੇ ਕਹਿੰਦੇ ਜਿਨ ਕੋ ਕਿਰਪਾ ਕਰੀ ਜਗ ਜੀਵਨ। ਗੱਲ ਫਿਰ ਸਾਰੀ ਕਿਰਪਾ ਤੇ ਆ ਜਾਂਦੀ ਹੈ, ਜਿਸ ਤੇ ਉਹ ਸੰਸਾਰ ਨੂੰ, ਜਗਤ ਨੂੰ ਜੀਵਨ ਦੇਣ ਵਾਲਾ ਮਾਲਕ ਨਿਰੰਕਾਰ ਕਿਰਪਾ ਕਰ ਦਿੰਦਾ। ਉਹ ਫਿਰ ਉਸ ਹਰੀ ਨੂੰ, ਨਿਰੰਕਾਰ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਨੇ, ਜਿਹਨੂੰ ਪਾਤਸ਼ਾਹ ਕਹਿੰਦੇ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ। ਇਹ ਅੰਦਰ ਵਸਾ ਲਿਆ ਉਹਨਾਂ ਨੇ, ਮਨ ਮਾਝਾ, ਮਨ ਦੇ ਅੰਦਰ ਵਾਸਾ ਹੋ ਗਿਆ, ਮਾਨ ਸਾਡਾ ਉਹ ਸੱਚ ਨਿਰੰਕਾਰ ਦਾ ਰੂਪ ਹੋ ਗਿਆ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਦੋਂ ਫਿਰ ਅਸੀਂ ਸਤਿਗੁਰੂ ਨਾਲ ਮਿਲਾਪ ਕਰ ਲੈਂਦੇ ਹਾਂ, ਪਾਤਸ਼ਾਹ ਕਹਿੰਦੇ ਫਿਰ ਸਾਡਾ ਸਾਰਾ ਲੇਖਾ ਹੀ ਸਾਫ਼ ਹੋ ਜਾਂਦਾ ਹੈ। ਮਾਲਕ ਨਿਰੰਕਾਰ ਦੀ ਸ਼ਰਨ ਵਿੱਚ ਆਉਣ ਤੇ, ਜਿਹਨੂੰ ਪਾਤਸ਼ਾਹ ਕਹਿੰਦੇ ਆ ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿੰਨ ਕਾ ਲੇਖਾ ਨਿਬੜਿਆ। ਜਿਨ੍ਹਾਂ ਨੂੰ ਸਤਿਗੁਰ ਦਾ ਮਿਲਾਪ ਹੋ ਗਿਆ ਉਹਨਾਂ ਦਾ ਲੇਖਾ ਨਿਬੜ ਜਾਂਦਾ ਹੈ, ਕਿਉਂਕਿ ਮਾਲਕ ਨਿਰੰਕਾਰ ਆ ਫਿਰ ਜੋ ਵੀ ਉਹਨਾਂ ਦੇ ਕਰਮ, ਜੋ ਵੀ ਰਿਪੋਰਟਾਂ ਚਿੱਤਰਗੁਪਤ ਕੋਲ ਹੁੰਦੀਆਂ ਨੇ, ਜੋ ਧਰਮ ਰਾਏ ਨੂੰ ਬਖਸ਼ਿਸ਼ ਦਿੰਦਾ ਆ, ਸਾਰਾ ਆਪਣਾ ਹਿਸਾਬ ਕਿਤਾਬ ਜੋ ਵੀ ਅਸੀਂ ਕਰਦੇ ਹਾਂ ਉਹ ਚਿੱਤਰਾਂ ਦੇ ਰਾਹੀਂ, ਇੱਕ ਫਿਲਮ ਦੇ ਰਾਹੀਂ, ਗੁਪਤ ਰੂਪ ਵਿੱਚ ਜੋ ਸਾਡੀ ਰਿਪੋਰਟ ਤਿਆਰ ਕੀਤੀ ਹੁੰਦੀ ਹੈ, ਉਹ ਫਿਰ ਉਹ ਧਰਮ ਰਾਏ ਨੂੰ ਦਿੰਦਾ ਆ। ਧਰਮ ਰਾਏ ਫਿਰ ਇਹ ਹਿਸਾਬ ਕਿਤਾਬ ਇਸਦਾ ਜਿਹੜਾ ਰੱਖਦਾ ਆ, ਤੇ ਆਪਾਂ ਨੂੰ ਸਮਝਾਉਂਦੇ ਨੇ। ਜਦੋਂ ਮਾਲਕ ਨਿਰੰਕਾਰ ਦੀ ਸ਼ਰਨ ਵਿੱਚ ਚਲੇ ਗਏ, ਫਿਰ ਮਾਲਕ ਨਿਰੰਕਾਰ ਆਪ ਇਹਨਾਂ ਨੂੰ ਸੱਦ ਕੇ ਇਹਨਾਂ ਤੋਂ ਫਿਰ ਉਹ ਕਾਗਜ਼ ਲੈ ਕੇ ਸਾਡਾ ਜਿਹੜਾ ਸਾਰਾ ਇਹ ਪਾੜ ਦਿੰਦਾ ਹੈ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਚਿੱਤਰਗੁਪਤ ਕਾ ਕਾਗਜ਼ ਫਾਰਿਆ, ਜਮਦੂਤਾ ਕਿਛ ਨਾ ਚਾਲੀ। ਜਿਹੜਾ ਚਿੱਤਰਗੁਪਤ ਨੇ ਹਿਸਾਬ ਕਿਤਾਬ ਲਿਖਿਆ ਉਹ ਵੀ ਸਾਡਾ ਪਾੜ ਦਿੱਤਾ, ਸਾਰਾ ਖਤਮ ਕਰ ਦਿੱਤਾ।
ਤੇ ਚੌਥੇ ਪਾਤਸ਼ਾਹ ਕਹਿੰਦੇ ਆ ਜੋ ਧਰਮਰਾਏ ਕੋਲ ਸਾਰਾ ਰਿਕਾਰਡ ਸੀ ਉਹ ਵੀ ਫਿਰ ਸਾਡਾ ਸਾਫ਼ ਕਰ ਦਿੱਤਾ ਜਾਂਦਾ ਆ। ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਕਹਿੰਦੇ ਧਰਮ ਰਾਏ ਦਰ ਕਾਗਦ ਫਾਰੇ ਜਾਂ ਨਾਨਕ ਲੇਖਾ ਸਮਝਾ। ਪਾਤਸ਼ਾਹ ਕਹਿੰਦੇ ਇਸ ਤਰੀਕੇ ਨਾਲ ਜਿਹੜੇ ਮਾਲਕ ਨਿਰੰਕਾਰ ਦੇ ਦਾਸ ਬਣ ਜਾਂਦੇ ਨੇ, ਜਿਹੜੇ ਉਸ ਮਾਲਕ ਨਿਰੰਕਾਰ ਦੇ ਸੇਵਕ ਬਣ ਜਾਂਦੇ ਨੇ, ਉਹ ਇਸ ਜਨਮ ਦੇ ਵਿੱਚ ਹੀ, ਮਨੁੱਖਾ ਜਨਮ ਦੇ ਵਿੱਚ ਹੀ, ਜੋ ਕਈ ਯੁਗਾਂ ਦਾ ਉਹਨਾਂ ਦਾ ਨਿਬੇੜਾ ਨਹੀਂ ਹੋਇਆ, ਜੋ ਉਹਨਾਂ ਦਾ ਲੇਖਾ ਉਹ ਸਾਫ਼ ਕਰ ਲੈਂਦੇ ਨੇ। ਇਹ ਸੰਸਾਰ ਦੇ ਵਿੱਚੋਂ ਆਪਣਾ ਆਉਣਾ ਜਾਣਾ ਖਤਮ ਕਰ ਲੈਂਦੇ ਨੇ। ਸੋ ਸਤਿਗੁਰ ਕਿਰਪਾ ਕਰਨ, ਜੋ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਨੇ ਆਪਾਂ ਨੂੰ ਗਿਆਨ ਦਿੱਤਾ, ਜੇ ਤੁਹਾਡੇ ਅੰਦਰ ਨਾਮ ਨਹੀਂ ਤਾਂ ਤੁਹਾਡਾ ਸੰਸਾਰ ਦੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ। ਇਹ ਆਪਣਾ ਜਨਮ ਗਵਾ ਕੇ ਸੰਸਾਰ ਦੇ ਵਿੱਚ ਜਾਂਦੇ ਹੋ। ਇਸ ਕਰਕੇ ਸਿਮਰਨ ਕਰੋ, ਅਭਿਆਸ ਕਰੋ, ਜਿਹਦੇ ਨਾਲ ਗੁਰੂ ਤੋਂ ਗਿਆਨ ਲਓ, ਤੁਹਾਡਾ ਮਨ ਸਮਝ ਕੇ ਜਿਸ ਮਕਸਦ ਵਾਸਤੇ ਆਏ ਆ ਉਹ ਮਕਸਦ ਨੂੰ ਪੂਰਨ ਕਰ ਲਏ। ਸੋ ਇਹ ਜੋ ਗਿਆਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੁਆਰਾ, ਗੁਰਦੁਆਰਾ ਪ੍ਰਭ ਮਿਲਨੇ ਕਾ ਚਾਉ ਬ੍ਰਹਮ ਗਿਆਨ ਕੇਂਦਰ ਰੌਲੀ ਰੋਡ ਮੋਗਾ ਵਿਖੇ ਆਪ ਜੀ ਨੇ ਇਹ ਸਰਵਣ ਕੀਤਾ ਹੈ। ਇਹ ਗਿਆਨ ਸਤਿਗੁਰ ਦੀ ਬਾਣੀ ਦਾ ਸਾਨੂੰ ਸਮਝਣ ਗੋਚਰਾ ਕਰਾਇਆ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ। ਸੋ ਗੁਰਮੁਖੋ ਇਹਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ, ਸੰਗਤ ਗੁਰੂ ਬਖਸ਼ਣ ਜੋਗਨ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।